ਤੁਸੀਂ ਸੁਣ ਰਹੇ ਹੋ ਕਿਤਾਬ ਰੋਸ਼ਨ ਦਿਮਾਗ ਭਾਈ ਹਰਮਿੰਦਰ ਸਿੰਘ ਸੰਧੂ, ਲੇਖਕ ਬਲਜੀਤ ਸਿੰਘ ਖਾਲਸਾ। 26ਵੇਂ ਭਾਗ ਵਿੱਚ ਸੁਣੋ ਭਾਈ ਮਨਧੀਰ ਸਿੰਘ ਚਹੇੜੂ ਅਤੇ ਭਾਈ ਲਾਭ ਸਿੰਘ ਫੈਡਰੇਸ਼ਨ ਦੇ ਪੁਰਾਣੇ ਵਰਕਰ ਇਸ ਆਪਾ ਧਾਪੀ ਤੋਂ ਦੁਖੀ ਅਤੇ ਫੈਡਰੇਸ਼ਨ ਦੇ ਨਾਂ ਹੇਠ ਸਮਾਜ ਸੁਧਾਰ ਲਹਿਰ। ਆਵਾਜ਼ ਗੁਰਜੰਟ ਸਿੰਘ ਰੂਪਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਮਨਵੀਰ ਸਿੰਘ ਚਹੇੜੂ ਅਤੇ ਭਾਈ ਲਾਭ ਸਿੰਘ। ਭਾਈ ਮਨਵੀਰ ਸਿੰਘ ਚਹੇੜੂ ਉਰਫ ਜਰਨਲ ਹਰੀ ਸਿੰਘ, ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੇ ਨਜ਼ਦੀਕੀ ਸਿੰਘਾਂ ਵਿੱਚੋਂ ਇੱਕ ਸੀ। ਜੂਨ 1984 ਦੇ ਘੱਲੂਘਾਰੇ ਤੋਂ ਬਾਅਦ ਸੰਘਰਸ਼ ਨੂੰ ਦੁਬਾਰਾ ਨਵੇਂ ਸਿਰੇ ਤੋਂ ਆਰੰਭ ਕਰਨ ਵਾਲੇ ਸਿੰਘਾਂ ਵਿੱਚ ਭਾਈ ਮਨਵੀਰ ਸਿੰਘ ਚਹੇੜੂ ਦਾ ਮੁੱਖ ਰੋਲ ਸੀ। ਭਾਈ ਲਾਭ ਸਿੰਘ ਅਤੇ ਭਾਈ ਗੁਰਿੰਦਰ ਸਿੰਘ ਭੋਲਾ ਹੋਰਾਂ ਨੂੰ ਪੁਲਿਸ ਦੀ ਹਿਰਾਸਤ ਵਿੱਚੋਂ ਛਡਾਉਣ ਦੀ ਸਕੀਮ ਤੋਂ ਲੈ ਕੇ ਐਕਸ਼ਨ ਦੀ ਸਫਲਤਾ ਤੱਕ ਭਾਈ ਮਨਵੀਰ ਸਿੰਘ ਚਹੇੜੂ ਦੀ ਅਗਵਾਈ ਅਤੇ ਦਿਮਾਗ ਸੀ। ਪੁਲਿਸ ਹਿਰਾਸਤ ਵਿੱਚੋਂ ਛੁਡਾਏ ਜਾਣ ਤੋਂ ਬਾਅਦ ਭਾਈ ਲਾਭ ਸਿੰਘ ਨੇ ਭਾਈ ਮਨਵੀਰ ਸਿੰਘ ਚਹੇੜੂ ਕੋਲ ਵੀ ਹਰਮਿੰਦਰ ਸਿੰਘ ਸੰਧੂ ਦੇ ਵਿਰੁੱਧ ਕੁਝ ਗੱਲਾਂ ਕੀਤੀਆਂ ਤਾਂ ਭਾਈ ਮਨਵੀਰ ਸਿੰਘ ਚਹੇੜੂ ਨੇ ਕਿਹਾ ਕਿ ਜਦੋਂ ਸੰਧੂ ਆਇਆ ਤਾਂ ਤੁਹਾਨੂੰ ਦੋਹਾਂ ਨੂੰ ਇਕੱਲਿਆਂ ਬਿਠਾ ਕੇ ਗੱਲ ਕਰਾਂਗੇ। ਕੁਝ ਸੂਤਰਾਂ ਅਨੁਸਾਰ ਭਾਈ ਚਹੇੜੂ ਦੀ ਇਸ ਸਿਆਣੀ ਗੱਲ ਦਾ ਵੀ ਭਾਈ ਲਾਭ ਸਿੰਘ ਨੇ ਬੁਰਾ ਮਨਾਇਆ ਸੀ, ਪਰ ਇਸ ਤੋਂ ਬਾਅਦ ਲਾਭ ਸਿੰਘ ਨੇ ਇਹ ਨੀਤੀ ਬਣਾ ਲਈ ਕਿ ਗੁਰਜੀਤ ਸਿੰਘ ਨੂੰ ਛੱਡ ਕੇ ਜਿਹੜੇ ਲੋਕ ਸਰਦਾਰ ਹਰਮਿੰਦਰ ਸਿੰਘ ਸੰਧੂ ਨੂੰ ਨਿੱਜੀ ਤੌਰ ਤੇ ਜਾਣਦੇ ਜਾਂ ਕਦੇ ਮਿਲੇ ਹੋਏ ਹਨ, ਉਹਨਾਂ ਨਾਲ ਸਰਦਾਰ ਸੰਧੂ ਬਾਰੇ ਕੋਈ ਗੱਲ ਨਹੀਂ ਕਰਨੀ। ਜਿਹੜੇ ਪੰਥਕ ਅਥਵਾ ਜੁਝਾਰੂ ਕਾਰਕੁਨ ਕਦੇ ਸਰਦਾਰ ਹਰਮਿੰਦਰ ਸਿੰਘ ਸੰਧੂ ਨੂੰ ਮਿਲੇ ਨਹੀਂ ਸਨ, ਉਹਨਾਂ ਦੇ ਮਨਾਂ ਅੰਦਰ ਸਰਦਾਰ ਸੰਧੂ ਪ੍ਰਤੀ ਨਫ਼ਰਤ ਭਰ ਦੇਣ ਵਿੱਚ ਭਾਈ ਲਾਭ ਸਿੰਘ ਨੇ ਕੋਈ ਕਸਰ ਨਹੀਂ ਛੱਡੀ। ਭਾਈ ਮਨਵੀਰ ਸਿੰਘ ਚਹੇੜੂ ਦੀ ਗ੍ਰਿਫਤਾਰੀ ਮਿਤੀ 9 ਅਗਸਤ 1986 ਨੂੰ ਹੋਈ, ਜਿਸ ਪਿੱਛੋਂ ਭਾਈ ਲਾਭ ਸਿੰਘ ਨੇ ਇਸ ਦਾ ਇਲਜ਼ਾਮ ਸਰਬਜੀਤ ਸਿੰਘ ਰੋਪੜ ਅਤੇ ਹਰਪ੍ਰੀਤ ਸਿੰਘ ਸਹੋਤਾ ਉੱਤੇ ਲਾ ਕੇ ਉਹਨਾਂ ਨੂੰ ਕਤਲ ਕਰ ਦਿੱਤਾ। ਇਸੇ ਹੀ ਮਹੀਨੇ ਭਾਈ ਗੁਰਵਿੰਦਰ ਸਿੰਘ ਭੋਲਾ ਦਾ ਵੀ ਕਤਲ ਕੀਤਾ ਗਿਆ। ਭਾਈ ਮਨਵੀਰ ਸਿੰਘ ਚਹੇੜੂ ਦੀ ਨੇੜਤਾ ਦਾ ਨਿੱਘ ਮਾਨਣ ਵਾਲੇ ਕਈ ਸਿੰਘ ਗੱਬੀ ਜ਼ਬਾਨ ਵਿੱਚ ਕਹਿੰਦੇ ਹਨ ਕਿ ਮਨਵੀਰ ਸਿੰਘ ਨੇ ਤਾਂ ਲਾਭ ਸਿੰਘ ਹੋਰਾਂ ਨੂੰ ਚੜਾਉਣ ਲਈ ਜਾਨ ਤਲੀ ਤੇ ਧਰ ਕੇ ਇੱਕ ਬਹੁਤ ਵੱਡਾ ਐਕਸ਼ਨ ਕੀਤਾ ਅਤੇ ਉਹਨਾਂ ਨੂੰ ਸਫਲਤਾ ਨਾਲ ਛੁਡਾ ਲਿਆ ਸੀ, ਪਰ ਕਮਾਂਡੋ ਫੋਰਸ ਦਾ ਚੀਫ ਬਣਨ ਪਿੱਛੋਂ ਲਾਭ ਸਿੰਘ ਨੇ ਭਾਈ ਚਹੇੜੂ ਨੂੰ ਛਡਾਉਣ ਲਈ ਕੋਈ ਯਤਨ ਤੱਕ ਨਹੀਂ ਕੀਤਾ। ਭਾਈ ਹਰਜਿੰਦਰ ਸਿੰਘ ਜਿੰਦਾ ਦੀ ਇੱਕ ਹੱਥ ਲਿਖਤ ਵਿੱਚੋਂ ਤਾਂ ਇਹ ਵੀ ਖੁਲਾਸਾ ਹੁੰਦਾ ਹੈ ਕਿ ਪੁਲਿਸ ਅਫਸਰ ਸਵਰਨ ਘੋਟਣੇ ਨੇ ਬਾਪੂ ਦਲੀਪ ਸਿੰਘ ਰੋਡੇ ਰਾਹੀਂ ਇਸ ਗਰੁੱਪ ਨੂੰ ਸੁਨੇਹਾ ਭੇਜਿਆ ਸੀ ਕਿ ਜੇ ਮੇਰਾ ਨਾਮ ਹਿੱਟ ਲਿਸਟ ਵਿੱਚੋਂ ਕੱਢ ਦਿੱਤਾ ਜਾਵੇ ਤਾਂ ਮੈਂ ਮਨਵੀਰ ਸਿੰਘ ਚਹੇੜੂ ਨੂੰ ਰਿਮਾਂਡ ਤੇ ਲਿਆ ਕੇ ਛੱਡ ਸਕਦਾ ਹਾਂ। ਪਰ ਜਰਨਲ ਲਾਭ ਸਿੰਘ ਨੇ ਕਿਹਾ ਸਵਰਨਾ ਇਹ ਝੂਠੇ ਵਾਅਦੇ ਕਰਦਾ ਹੈ, ਪਤਾ ਨਹੀਂ ਕਦੋਂ ਮੌਤ ਆ ਜਾਵੇ, ਇਸ ਨੂੰ ਸੋਧਣਾ ਜ਼ਰੂਰੀ ਹੈ। ਅਤੇ ਉਸ ਤੋਂ ਬਾਅਦ ਘੋਟਣੇ ਨੂੰ ਸੋਧਣ ਲਈ ਡਿਊਟੀਆਂ ਲੱਗ ਗਈਆਂ, ਪਰ ਉਸ ਪਿੱਛੋਂ ਘੋਟਣੇ ਦੀ ਸੁਰੱਖਿਆ ਵੱਧ ਗਈ, ਸੋ ਘੋਟਣਾ ਵੀ ਕਤਲ ਨਾ ਹੋਇਆ ਅਤੇ ਭਾਈ ਮਨਵੀਰ ਸਿੰਘ ਚਹੇੜੂ ਨੂੰ ਛਡਾਉਣ ਦਾ ਮੌਕਾ ਵੀ ਗਵਾ ਦਿੱਤਾ। ਇਸ ਘਟਨਾ ਨੂੰ ਕੁਝ ਸਿੰਘ ਇੱਕ ਸਧਾਰਨ ਗਲਤੀ ਵੀ ਮੰਨਦੇ ਹਨ, ਜਦਕਿ ਕੁਝ ਸਿੰਘਾਂ ਦਾ ਇਹ ਵੀ ਵਿਚਾਰ ਹੈ ਕਿ ਭਾਈ ਲਾਭ ਸਿੰਘ ਅਸਲ ਵਿੱਚ ਭਾਈ ਮਨਵੀਰ ਸਿੰਘ ਚਹੇੜੂ ਨੂੰ ਛਡਾਉਣਾ ਨਹੀਂ ਸੀ ਚਾਹੁੰਦਾ, ਕਿਉਂਕਿ ਇਸ ਨਾਲ ਜਥੇਬੰਦੀ ਦੀ ਕਮਾਂਡ ਫਿਰ ਭਾਈ ਚਹੇੜੂ ਦੇ ਹੱਥ ਆ ਜਾਣੀ ਸੀ। ਭਾਈ ਚਹੇੜੂ ਦੀ ਗ੍ਰਿਫਤਾਰੀ ਤੋਂ ਤੁਰੰਤ ਬਾਅਦ ਹੀ ਜਥੇਬੰਦੀ ਦੀ ਕਮਾਂਡ ਸੰਭਾਲ ਕੇ ਭਾਈ ਲਾਭ ਸਿੰਘ ਨੇ ਗਦਾਰ ਕਹਿ ਕੇ ਸਰਦਾਰ ਹਰਮਿੰਦਰ ਸਿੰਘ ਸੰਧੂ ਦੇ ਹਮਾਇਤੀਆਂ ਨੂੰ ਕਤਲ ਕਰਨਾ ਸ਼ੁਰੂ ਕਰ ਦਿੱਤਾ ਸੀ। ਜੋ ਸਿੰਘ ਕਹਿੰਦੇ ਹਨ ਕਿ ਲਾਭ ਸਿੰਘ ਭਾਈ ਮਨਵੀਰ ਸਿੰਘ ਚਹੇੜੂ ਨੂੰ ਛਡਾਉਣਾ ਹੀ ਨਹੀਂ ਸੀ ਚਾਹੁੰਦਾ, ਉਹਨਾਂ ਦੀਆਂ ਗੱਲਾਂ ਨੂੰ ਗਲਤਫਹਿਮੀ ਕਹਿ ਕੇ ਰੱਦ ਵੀ ਕੀਤਾ ਜਾ ਸਕਦਾ ਹੈ, ਪਰ ਕੌਮ ਦੇ ਅਨਮੋਲ ਹੀਰੇ ਭਾਈ ਹਰਜਿੰਦਰ ਸਿੰਘ ਜਿੰਦਾ ਦੀ ਹੱਥ ਲਿਖਤ ਘਟਨਾ ਜ਼ਰੂਰ ਧਿਆਨ ਖਿੱਚਦੀ ਹੈ। ਰਣਨੀਤੀ ਕਹਿੰਦੀ ਹੈ ਕਿ ਉਸ ਸਮੇਂ ਆਪਣਾ ਇੱਕ ਜਰਨੈਲ ਵੀ ਛੁਡਾਇਆ ਜਾ ਸਕਦਾ ਸੀ ਅਤੇ ਇੱਕ ਬੁੱਚੜ ਪੁਲਿਸ ਅਫਸਰ ਨੂੰ ਸਿੱਧਾ ਵੀ ਕੀਤਾ ਜਾ ਸਕਦਾ ਸੀ, ਪਰ ਸਾਹਮਣੇ ਮੌਕਾ ਹੋਣ ਦੇ ਬਾਵਜੂਦ ਇਸ ਸੰਬੰਧੀ ਯਤਨ ਵੀ ਨਾ ਕਰਨਾ ਕਈ ਤਰ੍ਹਾਂ ਦੇ ਸਵਾਲ ਜ਼ਰੂਰ ਖੜੇ ਕਰਦਾ ਹੈ। ਸਰਦਾਰ ਦਲਜੀਤ ਸਿੰਘ ਬਿੱਟੂ ਦੀ ਕਿਤਾਬ 'ਚੋਂ ਵੀ ਸਪਸ਼ਟ ਹੁੰਦਾ ਹੈ ਕਿ ਭਾਈ ਮਨਵੀਰ ਸਿੰਘ ਚਹੇੜੂ ਨੂੰ ਅਖੀਰ ਤੇ ਸਵਰਨ ਘੋਟਣੇ ਨੇ ਹੀ ਤਸੀਹੇ ਦੇ ਕੇ ਸ਼ਹੀਦ ਕੀਤਾ ਸੀ। ਇਹ ਪੱਕੀ ਗੱਲ ਹੈ ਕਿ ਲਾਭ ਸਿੰਘ ਨੇ ਕਈ ਚੰਗੇ ਕੰਮ ਵੀ ਕੀਤੇ, ਪਰ ਨਿੱਜੀ ਰੰਜਿਸ਼ ਕਾਰਨ ਲਹਿਰ ਅੰਦਰ ਇੱਕ ਪਾਸੜ ਭਰਾ ਮਾਰੂ ਜੰਗ ਅਧੀਨ ਕਈ ਕੌਮੀ ਹੀਰਿਆਂ ਦੇ ਕੀਤੇ ਗਏ ਕਤਲ ਮਾਫ਼ ਨਹੀਂ ਕੀਤੇ ਜਾ ਸਕਦੇ। ਫੈਡਰੇਸ਼ਨ ਦੇ ਪੁਰਾਣੇ ਵਰਕਰ
ਇਸ ਆਪਾਧਾਪੀ ਤੋਂ ਦੁਖੀ ਸਿੱਖ ਸਟੂਡੈਂਟ ਫੈਡਰੇਸ਼ਨ ਵਿਚਕਾਰ ਅਜਿਹੀ ਖਾਨਾ ਜੰਗੀ ਨੇ ਹਰ ਇੱਕ ਪੰਥ ਦਰਦੀ ਨੂੰ ਫਿਕਰਮੰਦ ਕੀਤਾ। ਇਸ ਮੌਕੇ ਤੇ ਸਰਦਾਰ ਹਰਮਿੰਦਰ ਸਿੰਘ ਸੰਧੂ ਹੋਰਾਂ ਵਿਰੁੱਧ ਕੀਤੀ ਜਾ ਰਹੀ ਦੂਸ਼ਣਬਾਜ਼ੀ ਵਿਰੁੱਧ ਗੁਰਦਾਸਪੁਰ ਜੇਲ੍ਹ ਵਿੱਚੋਂ ਸ਼ਹੀਦ ਭਾਈ ਅਮਰੀਕ ਸਿੰਘ ਦੇ ਪੀਏ ਦੀ ਸੇਵਾ ਨਿਭਾਉਣ ਵਾਲੇ ਭਾਈ ਗੁਰਦੀਪ ਸਿੰਘ ਪੀਏ ਵੱਲੋਂ ਫੈਡਰੇਸ਼ਨ ਦੇ ਕਾਰਕੁਨਾਂ ਨੂੰ ਇੱਕ ਦਰਦ ਭਰੀ ਅਪੀਲ ਦੇ ਸਿਰਲੇਖ ਹੇਠ ਇੱਕ ਖੁੱਲ੍ਹਾ ਖੱਤ ਲਿਖਿਆ ਗਿਆ। ਇਹ ਖੁੱਲ੍ਹਾ ਖੱਤ ਕਈ ਹੱਥਾਂ ਵਿੱਚ ਪਹੁੰਚਿਆ। ਮੈਨੂੰ ਇਹ ਖੁੱਲ੍ਹਾ ਖੱਤ ਸੰਪਰਕ ਮੈਗਜ਼ੀਨ ਦੇ ਮਾਰਚ 1987 ਦੇ ਅੰਕ ਵਿੱਚੋਂ ਮਿਲਿਆ ਹੈ, ਜਿਸ ਨੂੰ ਪਾਠਕਾਂ ਦੀ ਜਾਣਕਾਰੀ ਲਈ ਹੇਠਾਂ ਛਾਪਿਆ ਜਾ ਰਿਹਾ ਹੈ। ਸਿੱਖ ਕੌਮ ਦੇ ਹਰਾਵਲ ਦਸਤੇ ਅਤੇ ਅਤੀਤ ਦੇ ਸਿੱਖ ਸ਼ਹੀਦਾਂ ਦੀ ਕੌਮ ਦੇ ਵਾਰਸੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਜੋਕੇ ਸਿੱਖ ਸੰਘਰਸ਼ ਵਿੱਚ ਆਪਣੇ ਖੂਨ ਦਾ ਆਖਰੀ ਕਤਰਾ ਤੱਕ ਨਿਸ਼ਾਵਰ ਕਰਨ ਦੀ ਸੋਚ ਅਪਣਾਈ ਵੀਰੋ। ਬਹੁਤ ਹੀ ਸੋਚ ਵਿਚਾਰ ਤੋਂ ਬਾਅਦ ਤੁਹਾਨੂੰ ਦਰਦ ਭਰੀ ਅਪੀਲ ਕਰਨ ਲਈ ਕਲਮ ਨੂੰ ਹੱਥ ਵਿੱਚ ਲਿਆ ਹੈ। ਸਮੁੱਚੀ ਸਿੱਖ ਕੌਮ ਦੇ, ਖਾਸ ਕਰਕੇ ਪੰਥਕ ਸਫਲਾਂ ਵਿਚਲੇ ਜੋ ਹਾਲਾਤ ਹਨ, ਸਾਡੇ ਸਭ ਤੋਂ ਛਿਪੇ ਹੋਏ ਨੇ। ਅਸੀਂ ਸਭ ਜਿੱਥੇ ਵੀ ਹਾਂ, ਜੋ ਵੀ ਹਾਂ ਅਤੇ ਭਾਵੇਂ ਜਿਸ ਵੀ ਹਾਲਤ ਵਿੱਚ ਵਿਚਰ ਰਹੇ ਹਾਂ, ਸਾਰੇ ਹੀ ਆਪਣੇ ਆਪਣੇ ਸਾਧਨਾਂ ਦੁਆਰਾ ਮੌਜੂਦਾ ਸਿੱਖੀ ਸੰਕਟ ਤੋਂ ਜਾਣੂ ਹੋ ਕੇ ਸੰਘਰਸ਼ ਵਿੱਚ ਰੁੱਝੇ ਹੋਏ ਹਾਂ। ਸਾਡਾ ਅੱਜ ਦਾ ਸਿੱਖ ਸੰਘਰਸ਼ ਇੱਕ ਬਹੁਤ ਹੀ ਨਾਜ਼ੁਕ ਦੌਰ ਚੋਂ ਗੁਜ਼ਰ ਰਿਹਾ ਹੈ। ਸਮੇਂ ਦੇ ਜ਼ਾਲਮ ਹੁਕਮਰਾਨ ਆਪਣੇ ਸੰਭਵ ਅਤੇ ਅਸੰਭਵ ਯਤਨਾਂ ਦੁਆਰਾ ਸਿੱਖ ਸੰਘਰਸ਼ ਨੂੰ ਤਹਿਸ ਨਹਿਸ ਕਰਨ ਲਈ ਤੁਲੇ ਹੋਏ ਹਨ। ਸਮੁੱਚੀ ਸਿੱਖ ਕੌਮ, ਖਾਸ ਕਰਕੇ ਇਨਕਲਾਬੀ ਸਿੱਖ ਜੁਝਾਰੂਆਂ ਨੂੰ ਭੱਦੇ ਦੋਸ਼ਾਂ ਨਾਲ ਜਲੀਲ ਕੀਤਾ ਜਾ ਰਿਹਾ ਹੈ। ਸਾਡੇ ਵੱਲੋਂ ਸਿੱਖ ਕੌਮ ਦੇ ਭਵਿੱਖ ਨੂੰ ਗੁਲਾਮੀ ਦੇ ਸੰਗਲਾਂ ਤੋਂ ਮੁਕਤ ਕਰਵਾਉਣ ਲਈ ਅਪਣਾਈ ਸੋਚ ਅਤੇ ਆਰੰਭੇ ਯਤਨਾਂ ਨੂੰ ਬਾਣੀਆਂ ਹੁਕਮਰਾਨਾਂ ਵੱਲੋਂ ਹਿੰਦੁਸਤਾਨ ਦੀਆਂ ਫੌਜੀ ਅਤੇ ਗੈਰ ਫੌਜੀ ਫਿਰਕੂ ਧਾੜਾਂ ਦੀਆਂ ਗੋਲੀਆਂ ਅਤੇ ਨਰਕ ਕੁੰਭੀ ਜੇਲ੍ਹਾਂ ਦੀਆਂ ਪਾਲ ਕੋਠੜੀਆਂ ਦੀ ਵਰਤੋਂ ਕਰਕੇ ਕੁਚਲਣ ਲਈ ਨਾਕਾਮ ਕੋਸ਼ਿਸ਼ਾਂ ਨੂੰ ਜੰਗੀ ਪੱਧਰ 'ਤੇ ਅਮਲ ਵਿੱਚ ਲਿਆਂਦਾ ਜਾ ਚੁੱਕਾ ਹੈ। ਫਿਰ ਵੀ ਅਸੀਂ ਆਪਣੇ ਪੁਰਾਤਨ ਸੁਨਹਿਰੇ ਵਿਰਸੇ ਤੋਂ ਪ੍ਰਾਪਤ ਕੀਤੇ ਚੜ੍ਹਦੀ ਕਲਾ ਵਿੱਚ ਰਹਿਣ ਦੇ ਪਾਕ ਪਵਿੱਤਰ ਜਜ਼ਬੇ ਸਦਕਾ ਮੰਜ਼ਿਲ ਪ੍ਰਾਪਤੀ ਵੱਲ ਲਗਾਤਾਰ ਮੀਲ ਪੱਥਰ ਤੈਅ ਕਰਦੇ ਜਾ ਰਹੇ ਹਾਂ। ਪਰ ਮੰਜ਼ਿਲ ਦੀ ਪ੍ਰਾਪਤੀ ਵਿੱਚ ਦੇਰੀ ਅਤੇ ਰੁਕਾਵਟਾਂ ਕਿਉਂ ਵੱਧ ਰਹੀਆਂ ਹਨ, ਅਸੀਂ ਕਦੇ ਵੀ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ। ਸੂਰਬੀਰ ਵੀਰੋ, ਸਾਡੀ ਸਿੱਖ ਕੌਮ ਅਤੇ ਸਿੱਖ ਲੀਡਰਸ਼ਿਪ ਪ੍ਰਤੀ ਇੱਕ ਅੰਗਰੇਜ਼ ਲਿਖਾਰੀ ਨੇ ਇੱਕ ਸਰਵੇਖਣ ਤਹਿਤ 1950 ਈਸਵੀ ਵਿੱਚ ਲਿਖਿਆ ਹੈ ਕਿ ਸਿੱਖ ਸ਼ੇਰਾਂ ਦੀ ਕੌਮ ਹੈ, ਪਰ ਇਹਦੇ ਲੀਡਰ ਗਧੇ ਹਨ। ਕੌਮ ਦੇ ਮੱਥੇ ਚਿੰਬੜੇ ਇਸ ਖਤਰਨਾਕ ਕਲੰਕ ਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਅਤੇ ਭਾਈ ਅਮਰੀਕ ਸਿੰਘ ਜੀ ਆਪਣੇ ਖੂਨ ਦੇ ਆਖਰੀ ਕਤਰੇ ਨਾਲ ਧੋ ਕੇ ਆਦਰਸ਼ਕ ਲੀਡਰਸ਼ਿਪ ਰੂਪੀ ਬੁੱਝ ਚੁੱਕੀ ਮਸ਼ਾਲ ਨੂੰ ਮੁੜ ਰੌਸ਼ਨ ਕਰਕੇ ਸਮੁੱਚੀ ਸਿੱਖ ਕੌਮ ਲਈ ਚਾਨਣ ਮੁਨਾਰਾ ਬਣੇ। ਪਰ ਅੱਜ ਅਸੀਂ ਉਹਨਾਂ ਵੱਲੋਂ ਅਪਣਾਈ ਮਹਾਨ ਸੋਚ ਅਤੇ ਕੌਮ ਦੇ ਭਵਿੱਖ ਨੂੰ ਖੁਸ਼ਹਾਲ ਅਤੇ ਆਜ਼ਾਦ ਬਣਾਉਣ ਲਈ ਵਿੱਤੀ ਵਿਚਾਰਧਾਰਾ ਅਤੇ ਯੁੱਧ ਨੀਤੀ ਤੋਂ ਮੁਨਕਰ ਹੋ ਗਏ ਜਾਪਦੇ ਹਾਂ। ਸਾਡੇ ਵਿੱਚ ਉਸਰੀ ਅੱਜ ਧੜੇਬੰਦੀਆਂ ਦੀ ਦੀਵਾਰ ਸਿੱਖ ਸੰਘਰਸ਼ ਦੀ ਪ੍ਰਾਪਤੀ ਦੇ ਰਾਹ ਵਿੱਚ ਰੁਕਾਵਟ ਹੈ। ਗੁਰਬਾਣੀ ਦੇ ਮਹਾਵਾਕ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵਲਾਏ, ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ ਅਨੁਸਾਰ ਸਾਡੇ ਵਿੱਚ ਏਕਤਾ, ਆਪਸੀ ਦੁੱਖ ਸੁੱਖ ਦੀ ਸਾਂਝ ਅਤੀ ਜ਼ਰੂਰੀ ਹੈ। ਅੱਜ ਵੀ ਸ਼ਹੀਦ ਭਾਈ ਅਮਰੀਕ ਸਿੰਘ ਜੀ ਵੱਲੋਂ ਸਮੇਂ-ਸਮੇਂ ਸਾਨੂੰ ਸਭ ਨੂੰ ਸੰਬੋਧਨ ਕਥਨ ਕਿ ਸਿੱਖ ਸਿੱਖ ਨੂੰ ਫੁੱਲ ਵਾਂਗ ਦਿਸੇ, ਪੰਡ ਵਾਂਗੂ ਨਾ ਚੁੱਭੇ, ਸਾਨੂੰ ਸਭ ਨੂੰ ਇਕਮੁੱਠ ਹੋ ਕੇ ਸੰਘਰਸ਼ ਤੇਜ਼ ਕਰਨ ਦਾ ਸੁਨੇਹਾ ਦੇ ਰਹੇ ਹਨ। ਵੀਰੋ, ਕੀ ਅਸੀਂ ਮਹਾਨ ਸ਼ਖਸੀਅਤਾਂ ਦੀ ਅਣਹੋਂਦ ਤੋਂ ਬਾਅਦ ਇਸ ਧੜੇਬੰਦੀ ਦੀ ਖੁਦ ਉਸਾਰੀ ਦੀਵਾਰ ਵਿੱਚ ਜਕੜਬੰਦ ਹੋ ਕੇ ਉਹਨਾਂ ਦੀ ਸੱਚੀ ਸੁੱਚੀ ਮਹਾਨ ਆਤਮਾ ਨੂੰ ਸੱਟ ਨਹੀਂ ਮਾਰੀ? ਇੱਕ ਪਾਸੇ ਸਾਨੂੰ ਸਭ ਨੂੰ ਹਿੰਦੁਸਤਾਨ ਦੀ ਫਾਲਤੂ ਫਿਰਕੂ ਸੋਚ ਅਤੇ ਇਸ ਫਿਰਕੂ ਸੋਚ ਦੇ ਮਾਤਹਿਤ ਜ਼ਾਲਮ ਹਾਕਮ ਸਰਕਾਰ ਦੀਆਂ ਸ਼ਕਤੀਆਂ ਹਰ ਸੰਭਵ ਅਤੇ ਅਸੰਭਵ ਯਤਨਾਂ ਦੁਆਰਾ ਦੇਸ਼ ਵਿਰੋਧੀ ਤੇ ਪੰਥ ਵਿਰੋਧੀ ਗਰਜਾਨ ਰਹੀਆਂ ਹਨ, ਜਦ ਕਿ ਦੂਜੇ ਪਾਸੇ ਅਸੀਂ ਆਪਸ ਵਿੱਚ ਕੁਰਸੀ, ਚੌਧਰ ਅਤੇ ਸ਼ੋਹਰਤ ਆਦਿ ਲਾਲਸਾਵਾਂ ਵੱਸ ਹੋ ਕੇ ਇੱਕ ਦੂਜੇ ਉੱਤੇ ਗਦਾਰ ਦਾ ਬੁੱਕਲ ਦੇ ਸੱਪ ਜਿਹੇ ਭੱਦੇ ਤੇ ਕੁਝ ਗੰਭੀਰ ਦੋਸ਼ ਲਗਾ ਕੇ ਆਪਣੇ ਅਣਜਾਣ ਪੁਣੇ ਵਿੱਚ ਦੁਨੀਆ ਭਰ ਵਿੱਚ ਨਸ਼ਰ ਕਰ ਰਹੇ ਹਾਂ। ਵੀਰੋ ਵਿਚਾਰੋ, ਤੇ ਅਸੀਂ ਜ਼ਾਲਮ ਸਰਕਾਰਾਂ ਵੱਲੋਂ ਸਿੱਖ ਕੌਮ ਉੱਪਰ ਕੀਤੇ ਮਾਰੂ ਹੱਲੇ ਨੂੰ ਠੱਲ ਪਾਉਣ ਦੀ ਬਜਾਏ ਆਪਣੇ ਕਾਤਲਾਂ ਨੂੰ ਹੱਲਾਸ਼ੇਰੀ ਤਾਂ ਨਹੀਂ ਦੇ ਰਹੇ। ਜੋਧਪੁਰ ਜੇਲ੍ਹ ਵਿੱਚ ਬੰਦ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਲੀਡਰਸ਼ਿਪ
ਅਤੇ ਹੋਰ ਸਿੰਘ ਸੂਰਮੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਅਤੇ ਭਾਈ ਅਮਰੀਕ ਸਿੰਘ ਜੀ ਦੇ ਸਰੀਰ ਦੇ ਇੱਕ ਅੰਗ ਹਨ। ਅਜਿਹੇ ਕੁਰਬਾਨੀ ਦੇ ਪੁੰਜ ਵੀਰਾਂ ਦਾ ਮਾਣ ਸਤਿਕਾਰ ਕਰਨਾ ਸਾਡਾ ਸਭ ਦਾ ਨੇਮ ਧਰਮ ਹੈ। ਉਹਨਾਂ ਵੱਲੋਂ ਸਿੱਖੀ ਸੰਘਰਸ਼ ਵਿੱਚ ਪਾਏ ਜਾ ਰਹੇ ਮਹੱਤਵਪੂਰਨ ਯੋਗਦਾਨ ਉੱਪਰ ਸ਼ੰਕਾ ਕਰਨਾ ਸਮੇਂ ਦੀ ਵੱਡੀ ਭੁੱਲ ਹੋ ਨਿਬੜੇਗੀ। ਮਾਰਸ਼ਲ ਕੌਮਾਂ ਦਾ ਇਤਿਹਾਸ ਅਸੀਂ ਸਭ ਨੇ ਪੜ੍ਹਿਆ ਅਤੇ ਸੁਣਿਆ ਹੈ ਕਿ ਜਦੋਂ ਵੀ ਕਿਸੇ ਕੌਮ ਵਿੱਚ ਆਦਰਸ਼ਕ ਲੀਡਰਸ਼ਿਪ ਉੱਭਰੀ, ਸਮੁੱਚੀ ਕੌਮ ਦੇ ਯੋਜਨਾਵਾਂ ਵਾਲੇ ਦਿਮਾਗਾਂ ਅਤੇ ਯੋਜਨਾਵਾਂ ਲਾਗੂ ਕਰਨ ਵਾਲੇ ਹੱਥਾਂ ਨੇ ਲੀਡਰਸ਼ਿਪ ਨੂੰ ਅਪਣਾਇਆ ਅਤੇ ਸਹਿਯੋਗ ਦਿੱਤਾ। ਪਰ ਨਾਲ ਹੀ ਉਦੋਂ ਸੌੜੀ ਅਤੇ ਭੱਦੀ ਸੋਚ ਦੇ ਹਮਲੋਹੀਣੇ ਜ਼ਮੀਰੋਂ ਡਿੱਗੇ ਵਿਅਕਤੀਆਂ ਅਤੇ ਹੁਕਮਰਾਨਾਂ ਨੇ ਭੱਦੇ ਕੁਝ ਦੋਸ਼ਾਂ ਅਤੇ ਯਤਨਾਂ ਰਾਹੀਂ ਉਹਨਾਂ ਦੇ ਅਕਸ ਨੂੰ ਸੱਟ ਮਾਰਨ ਦੀ ਕੋਸ਼ਿਸ਼ ਕੀਤੀ। ਅੱਜ ਵੀ ਸਾਡੀ ਕੌਮ, ਖਾਸ ਕਰਕੇ ਸਾਡੀ ਜਮਾਤ ਫੈਡਰੇਸ਼ਨ ਨਾਲ ਅਜਿਹਾ ਹੀ ਹਾਦਸਾ ਪੇਸ਼ ਆ ਰਿਹਾ ਹੈ। ਜੇਕਰ ਅਸੀਂ ਸਭ ਅਜੇ ਵੀ ਨਾ ਸੰਭਲੇ ਅਤੇ ਏਕਤਾ ਦੀ ਫੌਰੀ ਲੋੜ ਮਹਿਸੂਸ ਨਾ ਕੀਤੀ, ਤਾਂ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਸੋਚ ਅਤੇ ਯਤਨ ਇੱਕ ਮਜ਼ਾਕ ਬਣ ਕੇ ਰਹਿ ਜਾਣਗੇ। ਦੁਨੀਆ ਭਰ ਦੀ ਜ਼ੁਬਾਨ 'ਤੇ ਜਿੱਥੇ ਸਾਡੀ ਕੁਰਬਾਨੀ, ਸੂਰਬੀਰਤਾ ਅਤੇ ਬਹਾਦਰੀ ਦੇ ਸੋਹਲੇ ਹਨ, ਉੱਥੇ ਸਾਡੀ ਭਰਾ ਮਾਰੂ ਜੰਗ ਵਿੱਚ ਤਬਾਹੀ ਦੇ ਟੋਟਕੇ ਹੋਣਗੇ। ਇਹ ਭਰਾ ਮਾਰੂ ਜੰਗ ਜਿੱਥੇ ਕੌਮ ਘਾਤਕ ਹੈ, ਉੱਥੇ ਪੰਥ ਦੁਸ਼ਮਣ ਸ਼ਕਤੀਆਂ ਦੀ ਜਿੱਤ ਹੈ। ਸੋ ਜੁਝਾਰੂ ਵੀਰੋ, ਆਪ ਸਭ ਅੱਗੇ ਨਿਮਰਤਾ ਅਤੇ ਸਤਿਕਾਰ ਸਹਿਤ ਦੋਵੇਂ ਹੱਥ ਜੋੜ ਕੇ ਦਰਦ ਭਰੀ ਅਪੀਲ ਹੈ ਕਿ ਆਓ ਅਸੀਂ ਸਭ ਇਕਮੁੱਠ ਹੋ ਕੇ ਅਤੇ ਦਵੈਤ, ਲਾਲਚ ਅਤੇ ਸ਼ੋਹਰਤ ਪ੍ਰਾਪਤੀ ਦੀਆਂ ਭਾਵਨਾਵਾਂ ਤੋਂ ਮੁਕਤ ਹੋ ਕੇ ਭਰਾ ਮਾਰੂ ਜੰਗ ਦੇ ਬੱਦਲਾਂ ਨੂੰ ਦੂਰ ਕਰਨ ਲਈ ਪੰਥ ਮਾਰੂ ਸ਼ਕਤੀਆਂ ਦੀ ਸੋਚ, ਕੌਮ ਦੁਸ਼ਮਣਾਂ, ਗਦਾਰਾਂ ਅਤੇ ਅਜਿਹੀ ਭੱਦੀ ਸੋਚ ਦੇ ਸਾਂਝੀਵਾਲਾਂ ਨੂੰ ਹਥਿਆਰਬੰਦ ਅਤੇ ਵਿਚਾਰਧਾਰਕ ਸੰਘਰਸ਼ ਵਿੱਚ ਮੂੰਹ ਤੋੜਵੀਂ ਸ਼ਿਕਸਤ ਦੇਣ ਦੇ ਮਹਾਨ ਸੰਕਲਪ ਦੀ ਪੂਰਤੀ ਲਈ ਨਸਾਂਗ ਹੋ ਕੇ ਮੈਦਾਨ ਵਿੱਚ ਨਿਤਰੀਏ। ਇੱਕ ਅਜਿਹੀ ਸ਼ੁਭ ਸ੍ਰੇਸ਼ਟ ਨੀਤੀ ਅਪਣਾਈਏ ਜਿਸ ਸਦਕਾ ਅਸੀਂ ਸਮੂਹਕ ਲੋਕ ਰਾਏ ਪ੍ਰਾਪਤ ਕਰ ਸਕੀਏ। ਆਪਣੇ ਮਨ ਵਿੱਚ ਇੱਕ ਗੱਲ ਦ੍ਰਿੜਤਾ ਨਾਲ ਅਪਣਾਈਏ ਕਿ ਅਸੀਂ ਪੂਰਨ ਗੁਰਸਿੱਖੀ ਅਸੂਲਾਂ 'ਤੇ ਪਹਿਰਾ ਦਿੰਦਿਆਂ ਸਿੱਖ ਸੰਘਰਸ਼ ਵਿੱਚ ਬਤੌਰ ਸੇਵਾਦਾਰ ਹੋ ਕੇ ਯੋਗਦਾਨ ਪਾਉਣਾ ਹੈ। ਸੋ ਅਖੀਰ ਵਿੱਚ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਮੂਹ ਕਾਰਕੁਨਾਂ ਤੋਂ ਖਾਸ ਕਰਕੇ ਅਤੇ ਸਮੁੱਚੀ ਸਿੱਖ ਕੌਮ ਤੋਂ ਆਮ ਕਰਕੇ ਆਸ ਕਰਦਾ ਹਾਂ ਕਿ ਸਾਰੇ ਕੇਸ਼ਰੀ ਨਿਸ਼ਾਨ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਵ ਉਚਤਾ ਅਧੀਨ ਇਕੱਤਰ ਹੋ ਕੇ ਪੂਰਨ ਗੁਰਸਿੱਖੀ ਅਸੂਲਾਂ ਸਿਧਾਂਤਾਂ ਨੂੰ ਖੁਦ ਅਪਣਾ ਕੇ ਅਤੇ ਹੋਰਨਾਂ ਨੂੰ ਸੋਝੀ ਕਰਵਾ ਕੇ ਉਹਨਾਂ ਦਾ ਸਾਥ ਪ੍ਰਾਪਤ ਕਰਦਿਆਂ ਹੋਇਆਂ ਸਿੱਖ ਸੰਘਰਸ਼ ਵਿੱਚ ਸਫਲਤਾ ਪ੍ਰਾਪਤੀ, ਸੰਤਾਂ ਮਹਾਂਪੁਰਖਾਂ ਦੀ ਮਹਾਨ ਸੋਚ ਨੂੰ ਸਾਕਾਰ ਰੂਪ ਦੇਣ ਅਤੇ ਪੰਥਕ ਅਤੇ ਜਥੇਬੰਦਕ ਦੁਸ਼ਮਣ ਗਦਾਰਾਂ ਨੂੰ ਲੱਕ ਤੋੜਵੀਂ ਹਾਰ ਦੇਣ ਲਈ ਏਕਤਾ ਦੇ ਬੁਨਿਆਦੀ ਸਿਧਾਂਤਾਂ ਨੂੰ ਗ੍ਰਹਿਣ ਕਰਦਿਆਂ ਇਕਮੁੱਠ ਹੋਈਏ। ਭਾਈ ਗੁਰਦੀਪ ਸਿੰਘ ਪੀਏ, ਸੰਪਰਕ ਮੈਗਜ਼ੀਨ, ਮਾਰਚ 1987। ਭਾਈ ਗੁਰਦੀਪ ਸਿੰਘ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਦੇ ਨੇੜੇ ਰਹਿੰਦੇ ਗੁਰਸਿੱਖ ਪਰਿਵਾਰ ਨਾਲ ਸੰਬੰਧਿਤ ਸੀ। ਭਾਈ ਅਮਰੀਕ ਸਿੰਘ ਨਾਲ ਪੀਏ ਵਜੋਂ ਵਿਚਰਨ ਤੋਂ ਬਾਅਦ ਪੀਏ ਉਪਨਾਮ ਉਸ ਦੇ ਨਾਮ ਨਾਲ ਹਮੇਸ਼ਾ ਲਈ ਜੁੜ ਗਿਆ। ਅਪ੍ਰੈਲ 1984 ਵਿੱਚ CRPF ਵੱਲੋਂ ਕੁਝ ਸਿੱਖ ਨੌਜਵਾਨਾਂ ਨਾਲ ਬਦਸਲੂਕੀ ਹੁੰਦੀ ਵੇਖ ਕੇ ਉਹ ਉਹਨਾਂ ਨਾਲ ਉਲਝ ਗਿਆ ਸੀ, ਜਿਸ ਕਾਰਨ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਦ ਤੱਕ ਭਾਈ ਅਮਰੀਕ ਸਿੰਘ ਨੇ ਸਰਦਾਰ ਅਪਾਰ ਸਿੰਘ ਬਾਜਵਾ ਰਾਹੀਂ ਉਸ ਨੂੰ ਛਡਾਉਣ ਲਈ ਯਤਨ ਕੀਤੇ, ਉਦੋਂ ਤੱਕ ਉਸ 'ਤੇ ਕੇਸ ਦਰਜ ਕਰ ਦਿੱਤਾ ਗਿਆ ਸੀ। ਜੂਨ 1984 ਦੇ ਘੱਲੂਘਾਰੇ ਸਮੇਂ ਉਹ ਅੰਮ੍ਰਿਤਸਰ ਜੇਲ੍ਹ ਵਿੱਚ ਸੀ। ਰਿਹਾਈ ਤੋਂ ਬਾਅਦ ਉਹ ਫੈਡਰੇਸ਼ਨ ਦੇ ਦਫ਼ਤਰ ਦਾ ਇੰਚਾਰਜ ਵੀ ਰਿਹਾ। ਉਸ ਦੀ ਫਿਰ ਗ੍ਰਿਫਤਾਰੀ ਹੋਈ ਅਤੇ ਗੁਰਦਾਸਪੁਰ ਜੇਲ੍ਹ ਵਿੱਚ ਰੱਖਿਆ ਗਿਆ। ਇਸੇ ਹੀ ਸਮੇਂ ਗੁਰਦਾਸਪੁਰ ਜੇਲ੍ਹ ਵਿੱਚੋਂ ਫੈਡਰੇਸ਼ਨ ਵਿੱਚ ਕੁਝ ਆਪ ਹੁਦਰੇ ਲੋਕਾਂ ਦੀਆਂ ਕਾਰਵਾਈਆਂ ਤੋਂ ਦੁਖੀ ਹੋ ਕੇ ਉਸ ਨੇ ਇੱਕ ਖੁੱਲ੍ਹਾ ਖੱਤ ਲਿਖਿਆ ਸੀ। ਜੇਲ੍ਹ 'ਚੋਂ ਰਿਹਾਈ ਪਿੱਛੋਂ ਪੁਲਿਸ ਵੱਲੋਂ ਤੰਗ ਪਰੇਸ਼ਾਨ ਕੀਤੇ ਜਾਣ ਕਾਰਨ ਅਤੇ ਕੁਝ ਨਿਹੱਥੇ ਫੈਡਰੇਸ਼ਨ ਕਾਰਕੁਨਾਂ ਦੀ ਹੋ ਰਹੀ ਦੁਰਗਤੀ ਕਾਰਨ ਵੀ ਉਹ ਭਾਈ ਧਰਮ ਸਿੰਘ ਕਾਸਤੀਵਾਲ ਦੇ ਜੁਝਾਰੂ ਗਰੁੱਪ ਵਿੱਚ ਸ਼ਾਮਲ ਹੋ ਗਿਆ। ਇਸ ਸੰਘਰਸ਼ ਵਿੱਚ ਹੀ 7 ਅਗਸਤ 1999 ਨੂੰ ਪਿੰਡ ਗੁਜਰਪੁਰਾ ਦੀ ਪੁਲੀ ਉੱਤੇ CRP ਵਾਲਿਆਂ ਨਾਲ ਇੱਕ ਝੜਪ ਵਿੱਚ ਭਾਈ ਗੁਰਦੀਪ ਸਿੰਘ ਪੀਏ ਸ਼ਹੀਦੀ ਪ੍ਰਾਪਤ ਕਰ ਗਿਆ ਸੀ। ਫੈਡਰੇਸ਼ਨ ਦੇ ਨਾਂ ਹੇਠ ਸਮਾਜ ਸੁਧਾਰ ਲਹਿਰ। ਇਸ ਸਮੇਂ ਫੈਡਰੇਸ਼ਨ ਦੇ ਵੱਖਰੇ ਗਰੁੱਪ ਦੇ ਕਨਵੀਨਰ ਬਣੇ ਭਾਈ ਗੁਰਜੀਤ ਸਿੰਘ ਵੱਲੋਂ ਸਮਾਜ ਸੁਧਾਰ ਲਈ ਇੱਕ ਜ਼ਾਬਤਾ ਜਾਰੀ ਕੀਤਾ ਗਿਆ। ਭਾਵੇਂ ਕਿ ਪਹਿਲਾਂ ਪਹਿਲ ਜੁਝਾਰੂ ਜਥੇਬੰਦੀਆਂ ਵੱਲੋਂ ਸ਼ਰਾਬ ਦੇ ਠੇਕੇ ਬੰਦ ਕਰਵਾਉਣ, ਵਿਆਹ ਸਮੇਂ ਜੰਝ ਵਿੱਚ ਸਿਰਫ 11 ਮੈਂਬਰ ਜਾਣ ਵਰਗੇ ਜਾਰੀ ਕੀਤੇ ਜ਼ਾਬਤੇ ਨਾਲ ਆਮ ਲੋਕ ਅਤੇ ਖਾਸ ਕਰ ਬੀਬੀਆਂ ਕਾਫੀ ਹੱਦ ਤੱਕ ਖੁਸ਼ ਸਨ, ਜਿਸ ਕਾਰਨ ਸਰਕਾਰ ਚਿੰਤਾ ਵਿੱਚ ਸੀ।
ਪਰ ਇਸ ਨਵੇਂ ਫਰਮਾਨ ਦੇ ਵਿੱਚ ਹੋਰ ਬਹੁਤ ਕੁਝ ਜੋੜ ਦਿੱਤਾ ਗਿਆ ਸੀ। ਫੈਡਰੇਸ਼ਨ ਦੇ ਗੁਰਜੀਤ ਸਿੰਘ ਗਰੁੱਪ ਵੱਲੋਂ ਇਸ ਸੰਬੰਧੀ 13 ਨੁਕਾਤੀ ਪ੍ਰੋਗਰਾਮ ਖਾਲਿਸਤਾਨ ਕਮਾਂਡੋ ਫੋਰਸ ਦੇ ਨਾਮ ਹੇਠ ਜਾਰੀ ਕੀਤਾ ਗਿਆ। ਵਧੇਰੇ ਕਰਕੇ ਇਹ ਇਸ਼ਤਿਹਾਰ ਪੰਜਾਬ ਵਿੱਚ ਜਗ੍ਹਾ ਜਗ੍ਹਾ ਲੱਗਾ ਵੇਖਿਆ ਗਿਆ। ਇਸ ਵਿੱਚ ਭਾਈ ਹਰਜਿੰਦਰ ਸਿੰਘ ਜਿੰਦਾ ਦਾ ਨਾਮ ਵੀ ਵਰਤਿਆ ਗਿਆ। ਹਾਲਾਂਕਿ ਭਾਈ ਹਰਜਿੰਦਰ ਸਿੰਘ ਜਿੰਦਾ ਦਾ ਇਸ ਤਰ੍ਹਾਂ ਦੀ ਲਹਿਰ ਨਾਲ ਕਦੇ ਵੀ ਸੰਬੰਧ ਨਹੀਂ ਰਿਹਾ ਅਤੇ ਜਿੰਦਾ ਪੰਜਾਬ ਤੋਂ ਬਾਹਰ ਸਿੱਖਾਂ ਦੇ ਦੁਸ਼ਮਣਾਂ ਨੂੰ ਚੁਣ ਕੇ ਸੋਧਣ ਦਾ ਮੁਦਈ ਸੀ। ਭਾਈ ਜਿੰਦਾ ਨੇ ਤਾਂ ਜੇਲ੍ਹ ਵਿੱਚੋਂ ਹੀ ਇੱਕ ਪੱਤਰ ਵਿੱਚ ਅਜਿਹੀਆਂ ਆਪ ਹੁਜ਼ਰੀਆਂ ਕਾਰਵਾਈਆਂ ਜਿਨ੍ਹਾਂ ਨਾਲ ਲੋਕ ਲਹਿਰ ਤੋਂ ਦੂਰ ਹੁੰਦੇ ਹਨ ਦਾ ਵਿਰੋਧ ਕੀਤਾ ਸੀ। ਹੁਣ ਨਵੇਂ ਜ਼ਾਬਤੇ ਵਿੱਚ ਫੈਡਰੇਸ਼ਨ ਦੇ ਗੁਰਜੀਤ ਸਿੰਘ ਗਰੁੱਪ ਵੱਲੋਂ ਮੀਟ ਦੀਆਂ ਦੁਕਾਨਾਂ, ਪੋਲਟਰੀ ਫਾਰਮ ਬੰਦ ਕਰਨ ਦੇ ਫਰਮਾਨ ਵੀ ਜਾਰੀ ਕਰ ਦਿੱਤੇ ਗਏ। ਫਿਰ ਨਾਈ ਦੀਆਂ ਦੁਕਾਨਾਂ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ। ਵਿਆਹਾਂ ਦੇ ਵਿੱਚ ਚੈਕਿੰਗ ਕਰਕੇ ਮੀਟ ਵਾਲੇ ਪਤੀਲੇ ਰੋੜੇ ਜਾਣ ਲੱਗੇ। ਇੱਕ ਵਾਰ ਤਾਂ ਇਸ ਲਹਿਰ ਦੇ ਦੌਰਾਨ ਇੱਕ ਮੁਰਗੀਖਾਨੇ ਨੂੰ ਹੀ ਅੱਗ ਲਾ ਕੇ ਸਾੜ ਦਿੱਤਾ ਗਿਆ, ਜਿਸ ਦੌਰਾਨ ਸੈਂਕੜੇ ਮੁਰਗੀਆਂ ਜਿਉਂਦੀਆਂ ਸੜ ਗਈਆਂ। ਮਾਸ ਖਾਣ ਦੇ ਵਿਰੋਧੀ ਮਾਸ ਖਾਣ ਦੀ ਮਨਾਹੀ ਇਸ ਲਈ ਕਰਦੇ ਹਨ ਕਿ ਇਸ ਨਾਲ ਜੀਵ ਹੱਤਿਆ ਹੁੰਦੀ ਹੈ, ਭਾਵੇਂ ਕਿ ਗੁਰਬਾਣੀ ਅਨੁਸਾਰ ਜੀਵ ਸਰੀਰ ਨਹੀਂ ਬਲਕਿ ਆਤਮਾ ਹੈ ਤੇ ਜੀਵ ਹੱਤਿਆ ਨਹੀਂ ਹੋ ਸਕਦੀ। ਦੁਸ਼ਟਾਂ ਨੂੰ ਕਤਲ ਕਰਕੇ ਵੀ ਉਸ ਨੂੰ ਸੋਧਣਾ ਇਸ ਲਈ ਹੀ ਕਿਹਾ ਜਾਂਦਾ ਹੈ। ਇਸ ਸਮੇਂ ਆਮ ਲੋਕ ਵੀ ਸਵਾਲ ਕਰਦੇ ਸਨ ਕਿ ਮੁਰਗਿਆਂ ਦਾ ਮਾਸ ਖਾਣ ਨੂੰ ਬੁਰਾਈ ਅਤੇ ਜੀਵ ਹੱਤਿਆ ਕਹਿਣ ਵਾਲੇ ਇਹ ਲੋਕ ਇਸ ਜੀਵ ਹੱਤਿਆ ਦਾ ਵਿਰੋਧ ਮੁਰਗੀਆਂ ਨੂੰ ਜਿਉਂਦੇ ਸੜ ਕੇ ਕਰ ਰਹੇ ਹਨ। ਕਈ ਜੁਝਾਰੂ ਜਥੇਬੰਦੀਆਂ ਵੀ ਅਜਿਹੀਆਂ ਆਪ ਹੁਦਰੀਆਂ ਕਾਰਵਾਈਆਂ ਦਾ ਵਿਰੋਧ ਕਰ ਰਹੀਆਂ ਸਨ। ਜਿਨ੍ਹਾਂ ਪਾਠਕਾਂ ਨੇ ਬਿਖੜਾ ਪੈਂਡਾ ਕਿਤਾਬ ਪੜ੍ਹੀ ਹੈ, ਉਹਨਾਂ ਨੂੰ ਪਤਾ ਹੈ ਕਿ ਭਾਈ ਧਰਮ ਸਿੰਘ ਕਾਸਤੀਵਾਲ ਅਤੇ ਹੋਰ ਕਈ ਜੁਝਾਰੂ ਵੀਰ ਸਮਾਜ ਸੁਧਾਰ ਦੇ ਨਾਮ ਹੇਠ ਲੋਕਾਂ ਦੀ ਨਿੱਜੀ ਜ਼ਿੰਦਗੀ ਵਿੱਚ ਅਜਿਹੀ ਦਖਲ ਅੰਦਾਜ਼ੀ ਦੇ ਵਿਰੋਧੀ ਸਨ। ਸੰਤ ਸਿਪਾਹੀ ਮੈਗਜ਼ੀਨ ਵਿੱਚ ਇਸ ਵਰਤਾਰੇ ਉੱਤੇ ਢੁਕਵੀਂ ਟਿੱਪਣੀ ਇਸ ਤਰ੍ਹਾਂ ਕੀਤੀ ਗਈ। ਫੈਡਰੇਸ਼ਨ ਦੇ ਇੱਕ ਧੜੇ ਨੇ ਸਮਾਜ ਸੁਧਾਰ ਦੀ ਲਹਿਰ ਸ਼ੁਰੂ ਕਰ ਦਿੱਤੀ ਹੈ। ਵਿਆਹ ਵਿੱਚ 11 ਤੋਂ ਵੱਧ ਕੋਈ ਜੰਝ ਨਾ ਲਿਆਵੇ ਤੇ ਕੋਈ ਦਾਜ ਨਾ ਲਵੇ ਨਾ ਦੇਵੇ ਆਦਿ। ਸ਼ਰਾਬ, ਤੰਬਾਕੂ, ਨਾਈ ਤੇ ਮਾਸ ਦੀਆਂ ਦੁਕਾਨਾਂ ਬੰਦ ਕਰਵਾਈਆਂ ਜਾ ਰਹੀਆਂ। ਜੰਝ ਘੱਟ ਲਿਆਉਣ ਤੇ ਦਾਜ ਲੈਣ ਦੇਣ ਤੇ ਪਾਬੰਦੀ ਭਾਵੇਂ ਬੰਦੂਕ ਦੇ ਜ਼ੋਰ ਉੱਤੇ ਲਗਾਈ ਗਈ ਹੈ, ਪਰ ਆਮ ਲੋਕ ਇਸ ਨਾਲ ਖੁਸ਼ ਹਨ। ਸ਼ਰਾਬ ਤੇ ਤੰਬਾਕੂ ਬਾਰੇ ਚਲਾਈ ਗਈ ਮੁਹਿੰਮ ਸੰਬੰਧੀ ਆਮ ਤੌਰ ਉੱਤੇ ਸਾਰੇ ਲੋਕ ਹੀ ਤੇ ਖਾਸ ਤੌਰ ਉੱਤੇ ਜਨਾਨੀਆਂ ਬੜੀਆਂ ਖੁਸ਼ ਹਨ। ਕੋਈ ਜਨਾਨੀ ਨਹੀਂ ਚਾਹੁੰਦੀ ਹੁੰਦੀ ਕਿ ਉਸ ਦਾ ਪਤੀ, ਪੁੱਤਰ, ਭਰਾ ਜਾਂ ਪਿਓ ਸ਼ਰਾਬ ਪੀਵੇ, ਪਰ ਉਹਨਾਂ ਦੀ ਪੇਸ਼ ਨਹੀਂ ਜਾਂਦੀ ਹੁੰਦੀ। ਹੁਣ ਸਾਰੀਆਂ ਖੁਸ਼ ਹੋ ਕੇ ਚੱਲੋ, ਜੇ ਸਾਡੀ ਨਹੀਂ ਮੰਨੀ ਤਾਂ ਕੋਈ ਤੇ ਇਹਨਾਂ ਨੂੰ ਸਿੱਧਾ ਕਰਨ ਵਾਲਾ ਹੈ, ਭਾਵੇਂ ਡਾਂਗ ਦੇ ਜ਼ੋਰ ਉੱਤੇ ਹੀ ਕਰੇ। ਤੰਬਾਕੂ ਦੀਆਂ ਦੁਕਾਨਾਂ ਬੰਦ ਹੋਣ ਉੱਤੇ ਹਿੰਦੂ ਜਨਾਨੀਆਂ ਵੀ ਖੁਸ਼ ਹਨ। ਇੱਕ ਹਿੰਦੂ ਜਨਾਨੀ ਕਹਿੰਦੀ ਸੁਣੀ ਹੈ, ਚੰਗਾ ਹੋਇਆ ਰੋਜ਼ ਕਮੀਜ਼ਾਂ ਹੀ ਸਾੜਦੇ ਰਹਿੰਦੇ ਸਨ। ਆਖਰ ਤੰਬਾਕੂ ਵੀ ਤਾਂ ਸ਼ਰਾਬ ਤੋਂ ਵਧੇਰੇ ਮਾੜਾ ਨਸ਼ਾ ਹੈ। ਕਈਆਂ ਦਾ ਕਹਿਣਾ ਹੈ ਕਿ ਸ਼ਰਾਬ ਬੰਦੇ ਨੂੰ ਪਾਗਲ ਬਣਾ ਦਿੰਦੀ ਹੈ, ਪਰ ਹਰ ਵਕਤ ਸਿਗਰਟ ਪੀਣ ਵਾਲਿਆਂ ਦਾ ਦਿਮਾਗ ਹਮੇਸ਼ਾ ਧੂਏ ਵਿੱਚ ਘਿਰਿਆ ਰਹਿੰਦਾ ਹੈ। ਜੋ ਘਟੀਆ ਕਿਸਮ ਦੇ ਜੁਰਮ ਇੱਕ ਸਿਗਰਟ ਪੀਣ ਵਾਲਾ ਕਰ ਸਕਦਾ ਹੈ, ਉਹ ਸ਼ਰਾਬ ਪੀਣ ਵਾਲਾ ਵੀ ਨਹੀਂ ਕਰ ਸਕਦਾ। ਸਿਗਰਟ ਪੀਣ ਵਾਲਿਆਂ ਦੀਆਂ ਜਨਾਨੀਆਂ ਸ਼ਰਾਬ ਪੀਣ ਵਾਲਿਆਂ ਦੀਆਂ ਜਨਾਨੀਆਂ ਤੋਂ ਜ਼ਿਆਦਾ ਦੁਖੀ ਹੁੰਦੀਆਂ ਹਨ। ਪਰ ਮਾਸ ਖਾਣ ਬਾਰੇ ਤਾਂ ਸਿੱਖਾਂ ਵਿੱਚ ਦੋ ਰਾਏ ਹਨ ਤੇ ਹਮੇਸ਼ਾ ਰਹੀਆਂ ਹਨ। ਸਿੱਖਾਂ ਦੇ ਇਸ ਰਾਏ ਦੇ ਵਖਰੇਵੇਂ ਕਾਰਨ ਕਦੀ ਪੰਥ ਵਿੱਚ ਫੁੱਟ ਨਹੀਂ ਪਈ, ਕਿਉਂਕਿ ਕਿਸੇ ਨੇ ਇਹ ਮਾਸ ਖਾਣ ਜਾਂ ਨਾ ਖਾਣ ਨੂੰ ਕੋਈ ਮਹੱਤਤਾ ਨਹੀਂ ਦਿੱਤੀ। ਗੁਰੂ ਨਾਨਕ ਦੇਵ ਜੀ ਦਾ ਫਰਮਾਨ ਹੈ, ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣੇ। ਕੌਣ ਮਾਸ ਕੌਣ ਸਾਗ ਕਹਾਵੇ, ਇਸ ਪੈ ਪਾਪ ਸਮਾਣੇ। ਮਾਸ ਦੇ ਮਸਲੇ ਉੱਤੇ ਝਗੜਾ ਪਾਉਣਾ ਸਿੱਖੀ ਅਨੁਸਾਰ ਵਾਧੂ ਜਿਹੀ ਗੱਲ ਲੱਗਦੀ ਹੈ। ਸਿੱਖ ਸਟੂਡੈਂਟ ਫੈਡਰੇਸ਼ਨ ਵਾਲਿਆਂ ਵਿੱਚ ਕਈ ਇਸ ਤੋਂ ਵੀ ਵੱਧ ਅੱਗੇ ਲੰਘ ਗਏ ਹਨ। ਇਹਨਾਂ ਵਿੱਚੋਂ ਕਈਆਂ ਨੇ ਪੋਲਟਰੀ ਫਾਰਮ ਵਾਲਿਆਂ ਨੂੰ ਪੋਲਟਰੀ ਫਾਰਮ ਬੰਦ ਕਰਨ ਲਈ ਚਿੱਠੀਆਂ ਪਾ ਦਿੱਤੀਆਂ ਹਨ। ਇਹਨਾਂ ਨੇ ਸ਼ਾਇਦ ਇਹ ਨਹੀਂ ਸੋਚਿਆ ਕਿ ਪੰਜਾਬ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਪੋਲਟਰੀ ਫਾਰਮ ਹਨ ਤੇ ਹਨ ਵੀ ਸਾਰੇ ਸਿੱਖਾਂ ਦੇ। ਇਹ ਪੋਲਟਰੀ ਫਾਰਮ ਸ਼ਾਇਦ ਹੀ ਕਿਸੇ ਨੇ ਆਪਣੇ ਪੈਸੇ ਦੇ ਬਣਾਏ ਹੋਣ, ਬਾਕੀ ਸਾਰਿਆਂ ਨੇ ਹੀ ਕਰਜ਼ੇ ਲਏ ਹੋਏ। ਜੇ ਪੋਲਟਰੀ ਫਾਰਮ ਇਹ ਬੰਦ ਕਰ ਦੇਣ ਤਾਂ ਤੇ ਇਹ ਸਾਰੇ ਹੀ ਆਰਥਿਕ ਤੌਰ ਤੇ ਤਬਾਹ ਹੋ ਜਾਣਗੇ। ਇਸ ਤਰ੍ਹਾਂ ਡੰਡੇ ਨਾਲ ਪੋਲਟਰੀ ਫਾਰਮ ਬੰਦ ਕਰਵਾਉਣ ਨਾਲ ਹਜ਼ਾਰਾਂ ਸਿੱਖ ਹੀ ਇਹਨਾਂ ਨੌਜਵਾਨਾਂ ਦੇ ਵਿਰੁੱਧ ਹੋ ਜਾਣਗੇ। ਇਹ ਗੱਲ ਲਾਂਭੇ ਚਲੀ ਗਈ। ਹਰ ਰਾਜਸੀ ਤੇ ਧਾਰਮਿਕ ਲਹਿਰ ਦੇ ਨਾਲ ਹੀ ਸਮਾਜ ਸੁਧਾਰ ਚੱਲਦੀ ਰਹਿੰਦੀ ਹੈ, ਪਰ ਮੁੱਖ ਨਿਸ਼ਾਨਾ ਸਮਾਜ ਸੁਧਾਰ ਨਹੀਂ ਬਣਾਇਆ ਜਾਂਦਾ, ਕਿਉਂਕਿ ਇਸ ਨਾਲ ਅਸਲੀ ਨਿਸ਼ਾਨਾ ਪਿੱਛੇ ਪੈ ਜਾਂਦਾ ਹੈ। ਨਾਮਧਾਰੀ ਲਹਿਰ ਵੀ ਖਾਲਸਾ ਰਾਜ ਦੀ ਸਥਾਪਨਾ ਕਰਨ ਦੀ ਹਥਿਆਰਬੰਦ ਜੱਦੋ-ਜਹਿਦ ਸੀ। ਇਸ ਲਹਿਰ ਦਾ ਬੜਾ ਜ਼ੋਰ ਸੀ ਤੇ ਇੱਕ ਵਾਰ ਅੰਗਰੇਜ਼ ਰਾਜ ਨੂੰ ਹਿਲਾ ਦਿੱਤਾ ਸੀ।
ਪਰ ਇਹਨਾਂ ਨੇ ਗਊਆਂ ਦਾ ਵੱਧ ਕਰਨ ਵਾਲੇ ਬੁੱਚੜ ਮਾਰ ਦਿੱਤੇ, ਜਾਂ ਇਸੇ ਤਰ੍ਹਾਂ ਹੀ ਕਹਿ ਸਕਦੇ ਹਾਂ ਕਿ ਗਲਤ ਰਾਏ ਦੇ ਕੇ ਇਹਨਾਂ ਕੋਲੋਂ ਬੁੱਚੜ ਮਰਵਾ ਦਿੱਤੇ ਗਏ, ਕਿਉਂਕਿ ਨਾਮਧਾਰੀ ਲਹਿਰ ਵਿੱਚ ਵੀ ਤੇ ਸਰਕਾਰੀ ਏਜੰਟ ਬੜੇ ਹੋਏ ਸਨ। ਜਦੋਂ ਬਾਬਾ ਰਾਮ ਸਿੰਘ ਜੀ ਨੂੰ ਪਕੜ ਲਿਆ ਗਿਆ ਤੇ ਉਹਨਾਂ ਨੂੰ ਜਲਾਵਤਨ ਕਰਕੇ ਬਰਮਾ ਭੇਜ ਦਿੱਤਾ ਗਿਆ ਸਨ, ਉਹਨਾਂ ਨੇ ਕਿਹਾ ਕਿ ਮੇਰਾ ਗੜਵਈਆ ਭਾਵ ਜਾਤੀ ਸੇਵਾਦਾਰ ਵੀ ਮੇਰੇ ਨਾਲ ਭੇਜ ਦਿਓ। ਅੱਗੋਂ ਸੇਵਾਦਾਰ ਨੇ ਕਿਹਾ ਕਿ ਬਾਬਾ ਜੀ, ਮੇਰੀ ਬਸ ਇੱਥੇ ਤੱਕ ਹੀ ਡਿਊਟੀ ਸੀ, ਕਿਉਂਕਿ ਇਹ ਸੇਵਾਦਾਰ ਅੰਗਰੇਜ਼ ਸਰਕਾਰ ਦਾ ਏਜੰਟ ਸੀ ਜੋ ਹਰ ਵਕਤ ਬਾਬਾ ਜੀ ਨਾਲ ਰਹਿੰਦਾ ਸੀ। ਇਹ ਲਹਿਰ ਅੰਗਰੇਜ਼ਾਂ ਦੇ ਵਿਰੁੱਧ ਸੀ, ਇਸ ਕਰਕੇ ਹਰ ਹਿੰਦੁਸਤਾਨੀ ਦੀ ਹਮਦਰਦੀ ਇਸ ਨਾਲ ਸੀ। ਪਰ ਬੁੱਚੜ ਮਾਰਨ ਨਾਲ ਮੁਸਲਮਾਨ ਇਸ ਲਹਿਰ ਦੇ ਵਿਰੁੱਧ ਹੋ ਗਏ, ਜਿਨ੍ਹਾਂ ਦੀ ਸਾਂਝੇ ਪੰਜਾਬ ਵਿੱਚ 60% ਆਬਾਦੀ ਸੀ ਤੇ ਸਿੱਖ ਕੇਵਲ 13% ਸਨ। ਬੁੱਚੜ ਮਾਰਨ ਕਾਰਨ ਸਾਰੀ ਲਹਿਰ ਹੀ ਖਤਮ ਹੋ ਗਈ। ਸਿੰਘ ਸ਼ਹੀਦੀਆਂ ਪਾ ਗਏ, ਬਾਬਾ ਜੀ ਜਲਾਵਤਨ ਕਰ ਦਿੱਤੇ ਗਏ ਤੇ ਜੋ ਨਾਮਧਾਰੀ ਬਚ ਗਏ ਉਹਨਾਂ ਨੇ ਬਾਬਾ ਰਾਮ ਸਿੰਘ ਜੀ ਨੂੰ ਗੁਰੂ ਬਣਾ ਕੇ ਸਮੁੱਚੇ ਪੰਥ ਨਾਲੋਂ ਵੱਖਰਾ ਕਰ ਲਿਆ। ਇਸ ਦਾ ਨਤੀਜਾ ਇਹ ਨਿਕਲਿਆ ਹੈ ਕਿ ਇਹ ਲਹਿਰ ਗਲਾਂ ਵਿੱਚ ਮਾਲਾ ਪਾਉਣ ਵਾਲੇ ਢੋਲੀ ਚੁੱਕਾਂ ਦੀ ਜਥੇਬੰਦੀ ਬਣ ਕੇ ਰਹਿ ਗਈ। ਸਿੱਖ ਸਟੂਡੈਂਟ ਫੈਡਰੇਸ਼ਨ ਵਾਲੇ ਵੀ ਜਿਸ ਢੰਗ ਨਾਲ ਸਮਾਜ ਸੁਧਾਰ ਦੀ ਲਹਿਰ ਚਲਾ ਰਹੇ ਹਨ, ਇਸ ਨਾਲ ਇਹਨਾਂ ਨੇ ਸੱਜਣਾ ਨਾਲੋਂ ਦੁਸ਼ਮਣ ਵਧੇਰੇ ਬਣਾ ਲੈਣੇ ਹਨ। ਸਿਰਫ ਇੱਥੇ ਹੀ ਬਸ ਨਹੀਂ, ਹਰ ਬੰਦਾ ਹੀ ਆਪ ਹੁਦਰਾ ਹੋਇਆ ਹੈ। ਕਈ ਕਿਸਮ ਦੇ ਕੰਮ ਧੰਦੇ ਕਰਨ ਵਾਲਿਆਂ ਨੂੰ ਧਮਕੀਆਂ ਦੀਆਂ ਚਿੱਠੀਆਂ ਪਾਈਆਂ ਜਾ ਰਹੀਆਂ ਹਨ। ਬਿਊਟੀਸ਼ਨ ਆਪਣਾ ਧੰਦਾ ਬੰਦ ਕਰਨ, ਦਰਜੀ ਪੈਂਟਾਂ ਨਾ ਸਿਉਣ, ਮੁਨਿਆਰੀ ਵਾਲੇ ਲਿਪਸਟਿਕਾਂ ਆਦਿ ਸ਼ਿੰਗਾਰ ਦਾ ਸਮਾਨ ਨਾ ਵੇਚਣ ਆਦਿ। ਕਿਰਨਜੋਤ ਕੌਰ, ਸੰਤ ਸਿਪਾਹੀ, ਮਈ 1987। ਪਰ ਸਮਾਜ ਸੁਧਾਰ ਦੇ ਨਾਮ ਹੇਠ ਇਹ ਲਹਿਰ ਲੰਬੀ ਚੱਲੀ, ਜਿਸ ਨੇ ਜੁਝਾਰੂ ਗਰੁੱਪਾਂ ਦੇ ਸਮਾਜਿਕ ਆਧਾਰ ਨੂੰ ਬਹੁਤ ਵੱਡਾ ਖੋਰਾ ਲਾਇਆ। ਵੱਡੀ ਗਿਣਤੀ ਵਿੱਚ ਲੋਕ ਜਿਹੜੇ ਕਿ ਪਹਿਲਾਂ ਜੁਝਾਰੂ ਲਹਿਰ ਦੇ ਵੱਡੇ ਸਮਰਥਕ ਸਨ, ਉਹ ਹੁਣ ਅਜਿਹੀਆਂ ਕਾਰਵਾਈਆਂ ਨਾਲ ਨਿਰਾਸ਼ ਅਤੇ ਨਾਰਾਜ਼ ਹੋਣ ਲੱਗ ਪਏ। ਹੁਣ ਚਰਚਾਵਾਂ ਵਿੱਚ ਇਹ ਗੱਲ ਆਮ ਹੀ ਚੱਲਣ ਲੱਗੀ ਕਿ ਅਜੇ ਤਾਂ ਇਹਨਾਂ ਦੇ ਹੱਥ ਰਾਜ ਆਇਆ ਨਹੀਂ ਤੇ ਆਹ ਹਾਲ ਹੈ, ਜਿਸ ਦਿਨ ਇਹਨਾਂ ਦਾ ਰਾਜ ਹੋ ਗਿਆ ਫਿਰ ਇਹ ਕੀ ਕਰਨਗੇ। ਇਸ ਸੰਬੰਧ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਸਲਾਹ ਕਰ ਰਹੇ ਸਾਬਕਾ IAS ਸਿੱਖ ਚਿੰਤਕ ਸਰਦਾਰ ਗੁਰਤੇਜ ਸਿੰਘ ਬੜੀ ਤਲਖ ਟਿੱਪਣੀ ਕਰਦਿਆਂ ਲਿਖਦੇ ਹਨ, ਸੱਭਿਆਚਾਰ ਇਨਕਲਾਬ ਦੇ ਭੰਬਲ ਭੂਸੇ ਤੋਂ ਇਹਨਾਂ ਆਗੂਆਂ ਦਾ ਬਹੁਤ ਪੱਧਰ ਨਾਪਿਆ ਜਾ ਸਕਦਾ ਹੈ। ਮੀਰ ਖਾਨ ਗਹਿਣੇ ਪਹਿਨਣ ਸੰਬੰਧੀ ਆਦੇਸ਼ ਦੱਸਦੇ ਹਨ ਕਿ ਸੰਘਰਸ਼ ਦੇ ਮੁਦਈਆਂ ਨੂੰ ਸਦੀਆਂ ਤੋਂ ਪ੍ਰਪੱਕ ਹੋਈ ਇਨਸਾਨੀ ਫਿਤਰਤ ਤਾਂ ਕੀ ਵਾਕਫੀਅਤ ਹੋਣੀ ਸੀ, ਉਹਨਾਂ ਨੂੰ ਤਾਂ ਸਿੱਖੀ ਸਿਧਾਂਤਾਂ ਦੀ ਮਾੜੀ ਮੋਟੀ ਵੀ ਵਾਕਫੀਅਤ ਨਹੀਂ ਸੀ। ਜੇ ਉਹਨਾਂ ਕੇਵਲ ਮਾਝ ਦੀ ਵਾਰ ਦੇ ਸ਼ਲੋਕ ਪੜ੍ਹੇ ਹੁੰਦੇ ਤਾਂ ਉਹਨਾਂ ਮਾਸ ਕਰ ਮੂਰਖ ਝਗੜੇ ਦਾ ਮਾਪਦੰਡ ਵਰਤਣਾ ਸੀ। ਕੇਵਲ ਆਪਣੇ ਮਨ ਦੀ ਮੌਜ ਦੇ ਮਗਰ ਲੱਗ ਕੇ ਵਿਅਕਤ ਮਾਤਾ ਔਰਤ ਦੇਸ਼ ਦੀਆਂ ਕਦਰਾਂ ਕੀਮਤਾਂ ਭਾਵਨਾਵਾਂ ਦਾ ਹਰ ਹਾਲ ਵਿੱਚ ਸਤਿਕਾਰ ਕੀਤਾ ਜਾਣਾ ਬਣਦਾ ਸੀ। ਇਹ ਉਸ ਦੇ ਕੰਨਾਂ ਵਿੱਚ ਵਾਲੀਆਂ ਅਤੇ ਨੱਕੋਂ ਕੋਕੇ ਵੀ ਖਿੱਚਣ ਉੱਤੇ ਉਤਾਰੂ ਹੋ ਗਏ। ਮਾਨਵਤਾ ਦਾ ਹਜ਼ਾਰਾਂ ਵਰ੍ਹਿਆਂ ਦਾ ਇਤਿਹਾਸ ਦੱਸਦਾ ਹੈ ਕਿ ਹਾਰ ਸ਼ਿੰਗਾਰ ਕਰਨਾ ਔਰਤ ਦੀ ਮੁੱਢ ਕਦੀਮੀ ਦੀ ਪ੍ਰਵਿਰਤੀ ਹੈ। ਜਦੋਂ ਨਾ ਹੀਰੇ ਸਨ, ਨਾ ਮੋਤੀ, ਨਾ ਸੋਨਾ, ਨਾ ਚਾਂਦੀ, ਉਦੋਂ ਇਹ ਭੁੰਨ ਕੇ ਖਾਧੇ ਤਿੱਤਰਾਂ ਦੀਆਂ ਹੱਡੀਆਂ ਅਤੇ ਸਮੁੰਦਰ ਕਿਨਾਰਿਓਂ ਚੁਣੀਆਂ ਸਿੱਪੀਆਂ ਨੂੰ ਬਣਾ ਸਵਾਰ ਕੇ ਸ਼ਿੰਗਾਰਦੀਆਂ ਸਨ। ਕੇਵਲ ਇੱਕ ਇਸ ਕਾਰਨ ਹੀ ਪਵਿੱਤਰ ਆਤਮਾਵਾਂ ਵਿੱਚੋਂ ਵਿੱਢਿਆ ਇਹ ਸੰਘਰਸ਼ ਕੁਝ ਕੁ ਥਾਵਾਂ 'ਤੇ ਮੰਦਬੁੱਧੀ ਮਨ ਚੱਲੇ ਹੈਂਕੜਬਾਜ਼ਾਂ ਦੇ ਹੱਥ ਪਿਆ ਗਿਆ ਜਾਪਦਾ ਹੈ ਕਿ ਜੋ ਸੁੱਤੇ ਸਿੱਧ ਹੀ ਅੱਧੀ ਮਨੁੱਖਤਾ ਇਸਤਰੀਆਂ ਦੀ ਹਮਦਰਦੀ ਗਵਾ ਬੈਠੇ। ਇਸ ਪੱਖੋਂ ਜੋ ਅਗਲੀਆਂ ਸ਼ਰਮਨਾਕ ਕਾਰਵਾਈਆਂ ਗਿਣੇ ਚੁਣੇ ਖਾੜਕੂ ਭੇਸ ਵਾਲਿਆਂ ਕੋਲੋਂ ਹੋਈਆਂ, ਉਹ ਸਫਲਤਾ ਤੋਂ ਸਦਾ ਦੂਰ ਰਹਿਣ ਦੇ ਪੱਕੇ ਮਨਸੂਬੇ ਹੋ ਨਿਬੜੀਆਂ। ਖਾੜਕੂ ਲਹਿਰ ਦੀ ਅਸਫਲਤਾ ਦੀ ਤਸ਼ਖੀਸ। ਜੁਝਾਰੂ ਲਹਿਰ ਦੀ ਕਾਰਜਸ਼ੀਲਤਾ ਦੇ ਸਮੇਂ ਭਾਰਤੀ ਹਕੂਮਤ ਦੇ ਪੰਜਾਬ ਬਾਰੇ ਨੀਤੀ ਬਿਆਨਾਂ ਵਿੱਚ ਇੱਕ ਗੱਲ ਵਾਰ-ਵਾਰ ਦੁਹਰਾਈ ਜਾਂਦੀ ਸੀ ਕਿ ਅਸੀਂ ਅੱਤਵਾਦੀਆਂ ਜੁਝਾਰੂ ਸਿੰਘਾਂ ਸਿੰਘਣੀਆਂ ਨੂੰ ਅਲੱਗ-ਥਲੱਗ ਕਰ ਦਿਆਂਗੇ। ਇਹ ਅਲੱਗ-ਥਲੱਗ ਕਰ ਦੇਣ ਵਾਲਾ ਫਾਰਮੂਲਾ ਉਦੋਂ ਸਾਡੀ ਸਮਝ ਵਿੱਚ ਨਹੀਂ ਸੀ ਆਉਂਦਾ, ਪਰ ਜਦੋਂ 13 ਨੁਕਾਤੀ ਪ੍ਰੋਗਰਾਮ ਰਾਹੀਂ ਵੱਡੀ ਤਾਦਾਦ ਵਿੱਚ ਜੁਝਾਰੂ ਲਹਿਰ ਦੇ ਹਮਾਇਤੀ ਪਰਿਵਾਰਾਂ ਨੂੰ ਲਹਿਰ ਦੇ ਵਿਰੋਧੀ ਬਣਾ ਲਿਆ ਗਿਆ, ਇਹ ਸਰਕਾਰ ਦਾ ਅਲੱਗ-ਥਲੱਗ ਕਰ ਦੇਣ ਵਾਲਾ ਫਾਰਮੂਲਾ ਵੀ ਸਮਝ 'ਚ ਆਉਣ ਲੱਗਾ। ਇਹ ਕਹਿਣਾ ਗਲਤੀ ਹੋਵੇਗਾ ਕਿ ਇਸ 13 ਨੁਕਾਤੀ ਪ੍ਰੋਗਰਾਮ ਨੂੰ ਧੱਕੇ ਨਾਲ ਲਾਗੂ ਕਰਾਉਣ ਵਾਲੇ ਸਾਰੇ ਖਾੜਕੂ ਸਰਕਾਰ ਦੇ ਨਾਲ ਮਿਲੇ ਹੋਏ ਸਨ, ਪਰ ਇਸ ਹਕੀਕਤ ਤੋਂ ਕੋਈ ਮੁਨਕਰ ਵੀ ਨਹੀਂ ਹੋ ਸਕਦਾ ਕਿ ਇਹਨਾਂ ਨੇ ਸਰਕਾਰ ਦੀ ਜੁਝਾਰੂਆਂ ਨੂੰ ਅਲੱਗ-ਥਲੱਗ ਕਰ ਦੇਣ ਵਾਲੀ ਨੀਤੀ ਨੂੰ
ਜਾਣੇ ਅਣਜਾਣੇ ਖੁਦ ਹੀ ਕਾਫੀ ਹੱਦ ਤੱਕ ਸਫਲ ਕਰ ਦਿੱਤਾ। ਵੱਡੀ ਪੱਧਰ ਤੇ ਸਿੱਖ ਕਿਵੇਂ ਇਸ ਤਰ੍ਹਾਂ ਲਹਿਰ ਨਾਲੋਂ ਟੁੱਟੇ, ਇਸ ਦਾ ਸੰਕੇਤ ਆਪਰੇਸ਼ਨ ਬਲੈਕ ਥੰਡਰ ਸਮੇਂ ਵੀ ਮਿਲਿਆ, ਜਦੋਂ ਦਰਬਾਰ ਸਾਹਿਬ ਦੀ ਘੇਰਾਬੰਦੀ ਕਰਕੇ ਪੁਲਿਸ ਫੋਰਸਾਂ ਕਈ ਦਿਨਾਂ ਤੱਕ ਅੰਦਰ ਘਿਰੇ ਖਾੜਕੂਆਂ ਨੂੰ ਨਿਸ਼ਾਨਾ ਬਣਾਉਂਦੀਆਂ ਰਹੀਆਂ, ਪਰ ਉਹਨਾਂ ਲਈ ਪਿੰਡਾਂ ਵਿੱਚੋਂ ਉਸ ਤਰ੍ਹਾਂ ਸਿੱਖ ਨਾ ਤੁਰੇ ਜਿਵੇਂ 1984 ਵਿੱਚ ਕਰਫਿਊ ਲੱਗਾ ਹੋਣ ਦੇ ਬਾਵਜੂਦ ਸਿਰ ਤਲੀਆਂ ਤੇ ਧਰ ਕੇ ਤੁਰ ਪਏ ਸਨ। ਇਹ ਇੱਕ ਸਿਗਨਲ ਸੀ ਜਿਸ ਨੂੰ ਸਮਝਣਾ ਚਾਹੀਦਾ ਸੀ। ਕਿਤਾਬ ਰੋਸ਼ਨ ਦਿਮਾਗ ਭਾਈ ਹਰਮਿੰਦਰ ਸਿੰਘ ਸੰਧੂ, ਲੇਖਕ ਬਲਜੀਤ ਸਿੰਘ ਖਾਲਸਾ। ਤੁਸੀਂ ਸੁਣ ਰਹੇ ਸੀ 26ਵਾਂ ਭਾਗ, ਆਵਾਜ਼ ਗੁਰਜੰਟ ਸਿੰਘ ਰੂਪਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।